बिस्मिल्लाहिर्रहमानिर्रहीम। अस्सलाम वालेकुम दोस्तों। ਅੱਜ ਦੀ ਵੀਡੀਓ ਦੇ ਵਿੱਚ ਅਸੀਂ ਇੱਕ ਬਹੁਤ ਅਹਿਮ ਸਵਾਲ ਦਾ ਜਵਾਬ ਲੱਭਾਂਗੇ। ਇਹ ਸਵਾਲ ਤਕਰੀਬਨ ਹਰ ਉਹ ਬੰਦਾ ਪੁੱਛਦਾ ਹੈ ਜਿਹੜਾ ਬੱਕਰੀਆਂ ਪਾਲਣਾ ਸ਼ੁਰੂ ਕਰਨਾ ਚਾਹੁੰਦਾ ਹੈ ਜਾਂ ਪਹਿਲੇ ਤੋਂ ਬੱਕਰੀਆਂ ਪਾਲ ਰਿਹਾ। ਬੱਕਰੀਆਂ ਪਾਲਣ ਦਾ ਵਧੀਆ ਤਰੀਕਾ ਕਿਹੜਾ ਹੈ? ਇੱਕ ਤਰੀਕਾ ਇਹ ਹੈ ਕਿ ਬੱਕਰੀਆਂ ਨੂੰ ਫਾਰਮ ਦੇ ਅੰਦਰ ਰੱਖ ਕੇ ਸਬਜ਼ ਚਾਰਾ, ਸੁੱਕਾ ਚਾਰਾ, ਵੰਡਾ ਵਗੈਰਾ ਦੇ ਕੇ ਪਾਲਿਆ ਜਾਵੇ। ਅਤੇ ਦੂਜਾ ਤਰੀਕਾ ਵਾ ਕਿ ਰੋਜ਼ਾਨਾ ਬੱਕਰੀਆਂ ਨੂੰ ਖੁੱਲ੍ਹੇ ਮੈਦਾਨ ਚਰਾਗਾਹ ਦੇ ਵਿੱਚ ਜਾਂ ਫਸਲਾਂ ਦੇ ਵਿੱਚ ਚਰਾਇਆ ਜਾਏ। ਅੱਜ ਦੀ ਵੀਡੀਓ ਦੇ ਵਿੱਚ ਅਸੀਂ ਇਹਨਾਂ ਦੋਨਾਂ ਤਰੀਕਿਆਂ ਦੇ ਫਾਇਦੇ, ਨੁਕਸਾਨ, ਖਰਚੇ, ਮਿਹਨਤ, ਮੁਨਾਫਾ ਅਤੇ ਆਪਣੇ ਅਮਲੀ ਤਜਰਬੇ ਦੀ ਰੋਸ਼ਨੀ ਦੇ ਵਿੱਚ ਗੱਲ ਕਰਾਂਗੇ ਤਾਂ ਕਿ ਵੀਡੀਓ ਦੇ ਆਖਰ ਤੱਕ ਤੁਸੀਂ ਆਪ ਫੈਸਲਾ ਕਰ ਸਕੋ ਕਿ ਤੁਹਾਡੇ ਹਾਲਾਤ ਲਈ ਕਿਹੜਾ ਤਰੀਕਾ ਬਿਹਤਰ ਹੈ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਬੱਕਰੀਆਂ ਚਾਰਨ ਵਾਲੇ ਤਰੀਕੇ ਦੀ। ਸਾਡੇ ਪਿੰਡਾਂ ਦੇ ਵਿੱਚ ਅੱਜ ਵੀ ਇਹ ਤਰੀਕਾ ਕਈ ਸਾਲਾਂ ਤੋਂ ਚੱਲਦਾ ਆ ਰਿਹਾ। ਸੁਬਾਹ ਸਵੇਰੇ ਬੱਕਰੀਆਂ ਨੂੰ ਘਰੋਂ ਕੱਢਿਆ ਜਾਂਦਾ ਹੈ ਅਤੇ ਉਹ ਸਾਰਾ ਦਿਨ ਘਾਹ, ਜੜੀ ਬੂਟੀਆਂ, ਝਾੜੀਆਂ ਅਤੇ ਦਰਖਤਾਂ ਦੇ ਪੱਤੇ ਖਾਂਦੀਆਂ ਨੇ ਅਤੇ ਸ਼ਾਮ ਨੂੰ ਵਾਪਸ ਆ ਜਾਂਦੀਆਂ ਨੇ। ਇਹ ਤਰੀਕਾ ਖਾਸ ਕਰਕੇ ਉਹਨਾਂ ਲੋਕਾਂ ਲਈ ਬਹੁਤ ਫਾਇਦਾਮੰਦ ਹੈ ਜਿਹੜੇ ਪਿੰਡਾਂ ਦੇ ਵਿੱਚ ਰਹਿੰਦੇ ਨੇ ਅਤੇ ਉਹਨਾਂ ਦੇ ਕੋਲ ਚਰਾਗਾਹ ਮੌਜੂਦ ਆ। ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਚਾਰੇ ਦਾ ਖਰਚਾ ਕਾਫੀ ਹੱਦ ਤੱਕ ਘੱਟ ਜਾਂਦਾ ਹੈ। ਬੱਕਰੀਆਂ ਕੁਦਰਤੀ ਖੁਰਾਕ ਖਾਂਦੀਆਂ ਨੇ, ਚੱਲ ਫਿਰ ਕੇ ਵਰਜਿਸ਼ ਵੀ ਹੋ ਜਾਂਦੀ ਹੈ ਅਤੇ ਕਈ ਕਿਸਮ ਦੀਆਂ ਜੜੀ ਬੂਟੀਆਂ ਵੀ ਖਾ ਲੈਂਦੀਆਂ ਨੇ। ਪਰ ਇਸ ਤਰੀਕੇ ਦੇ ਕੁਝ ਨੁਕਸਾਨਾਤ ਵੀ ਨੇ। ਜੇ ਗਰਮੀ ਜ਼ਿਆਦਾ ਹੋਵੇ ਤਾਂ ਬੱਕਰੀਆਂ ਹੀਟ ਸਟ੍ਰੈਸ ਦਾ ਸ਼ਿਕਾਰ ਹੋ ਸਕਦੀਆਂ ਨੇ। ਬਾਰਿਸ਼ਾਂ ਦੇ ਮੌਸਮ ਦੇ ਵਿੱਚ ਕੀਚੜ ਅਤੇ ਨਮੀ ਦੇ ਨਾਲ ਬਿਮਾਰੀ ਦਾ ਖਤਰਾ ਵੱਧ ਸਕਦਾ ਹੈ। ਕਈ ਵਾਰ ਜ਼ਹਿਰੀਲੇ ਪੌਦੇ ਖਾ ਲੈਂਦੀਆਂ ਨੇ ਅਤੇ ਬੱਕਰੀਆਂ ਫਿਰ ਬਿਮਾਰ ਹੋ ਜਾਂਦੀਆਂ ਨੇ। ਜੇ ਚਰਾਗਾਹ ਦੂਰ ਹੋਵੇ ਤਾਂ ਚੋਰੀ ਜਾਂ ਗੁੰਮ ਹੋਣ ਦਾ ਖਤਰਾ ਵੀ ਰਹਿੰਦਾ ਹੈ। ਨਾਲੇ ਹਰ ਰੋਜ਼ ਇੱਕ ਬੰਦੇ ਦੀ ਜ਼ਰੂਰਤ ਹੁੰਦੀ ਹੈ ਜੋ ਬੱਕਰੀਆਂ ਦੇ ਨਾਲ ਰਹੇ। ਹੁਣ ਗੱਲ ਕਰਦੇ ਹਾਂ ਫਾਰਮ ਦੇ ਅੰਦਰ ਬੱਕਰੀਆਂ ਪਾਲਣ ਦੀ। ਅੱਜ ਕੱਲ੍ਹ ਜਦੀਦ ਗੋਟ ਫਾਰਮਿੰਗ ਦੇ ਵਿੱਚ ਜ਼ਿਆਦਾਤਰ ਇਹ ਤਰੀਕਾ ਇਸਤੇਮਾਲ ਹੁੰਦਾ ਹੈ। ਇਸ ਦੇ ਵਿੱਚ ਬੱਕਰੀਆਂ ਸਾਫ਼ ਸੁਥਰੇ ਸ਼ੈੱਡ ਦੇ ਵਿੱਚ ਰਹਿੰਦੀਆਂ ਨੇ। ਇਹਨਾਂ ਨੂੰ ਵਕਤ ਸਿਰ ਸਬਜ਼ ਚਾਰਾ, ਸੁੱਕਾ ਚਾਰਾ, ਵੰਡਾ, ਸਾਫ਼ ਪਾਣੀ ਅਤੇ ਮਿਨਰਲ ਮਿਕਸਚਰ ਵਗੈਰਾ ਦਿੱਤਾ ਜਾਂਦਾ ਹੈ। ਇਸ ਤਰੀਕੇ ਦਾ ਫਾਇਦਾ ਇਹ ਹੈ ਕਿ ਤੁਹਾਡਾ ਹਰ ਜਾਨਵਰ ਤੁਹਾਡੀ ਨਜ਼ਰ ਦੇ ਸਾਹਮਣੇ ਰਹਿੰਦਾ ਹੈ। ਜੇ ਕੋਈ ਜਾਨਵਰ ਬਿਮਾਰ ਹੋਵੇ ਤਾਂ ਫੌਰਨ ਪਤਾ ਲੱਗ ਜਾਂਦਾ ਹੈ ਅਤੇ ਇਲਾਜ ਵੀ ਜਲਦੀ ਹੋ ਜਾਂਦਾ ਹੈ। ਖੁਰਾਕ ਮਤਵਾਜ਼ਨ ਹੋਵੇ ਅਤੇ ਜਾਨਵਰ ਦਾ ਵਜ਼ਨ ਵੀ ਵੱਧਦਾ ਹੈ, ਦੁੱਧ ਵੀ ਜ਼ਿਆਦਾ ਹੁੰਦਾ ਹੈ ਅਤੇ ਬੱਚੇ ਵੀ ਤੰਦਰੁਸਤ ਪੈਦਾ ਹੁੰਦੇ ਨੇ। ਪਰ ਇਸ ਤਰੀਕੇ ਦੇ ਵਿੱਚ ਖਰਚਾ ਨਿਸਬਤਨ ਜ਼ਿਆਦਾ ਹੋ ਜਾਂਦਾ ਹੈ। ਚਾਰਾ, ਵੰਡਾ, ਬਿਜਲੀ, ਪਾਣੀ, ਸਫਾਈ ਅਤੇ ਦਵਾਈਆਂ 'ਤੇ ਮੁਸਲਸਲ ਖਰਚਾ ਹੁੰਦਾ ਹੈ। ਜੇ ਸਫਾਈ ਦਾ ਖਿਆਲ ਨਾ ਰੱਖਿਆ ਜਾਵੇ ਤਾਂ ਬਿਮਾਰੀਆਂ ਇੱਕ ਜਾਨਵਰ ਤੋਂ ਦੂਸਰੇ ਜਾਨਵਰ ਦੇ ਵਿੱਚ ਜਲਦੀ ਫੈਲ ਸਕਦੀਆਂ ਨੇ। ਹੁਣ ਸਵਾਲ ਇਹ ਆ ਕਿ ਦੋਨਾਂ ਦੇ ਵਿੱਚੋਂ ਬਿਹਤਰ ਕਿਹੜਾ ਤਰੀਕਾ ਹੈ? ਮੇਰੇ ਹਿਸਾਬ ਦੇ ਨਾਲ ਇਹ ਗੱਲ ਤੁਹਾਡੇ ਹਾਲਾਤ ਉੱਤੇ ਮੁਨਹਸਰ ਆ। ਜੇ ਤਾਂ ਤੁਹਾਡੇ ਕੋਲ ਖੁੱਲ੍ਹੀ ਜਗ੍ਹਾ ਹੈ, ਚਰਾਗਾਹ ਹੈ, ਰੋਜ਼ ਬੱਕਰੀਆਂ ਚਾਰਨ ਵਾਲਾ ਬੰਦਾ ਮੌਜੂਦ ਹੈ ਤਾਂ ਚਰਾਈ ਵਾਲਾ ਤਰੀਕਾ ਬਹੁਤ ਫਾਇਦਾਮੰਦ ਸਾਬਤ ਹੋ ਸਕਦਾ ਹੈ। ਪਰ ਜੇ ਤੁਸੀਂ ਕਾਰੋਬਾਰੀ ਅੰਦਾਜ਼ ਦੇ ਵਿੱਚ ਗੋਟ ਫਾਰਮਿੰਗ ਕਰਨਾ ਚਾਹੁੰਦੇ ਹੋ ਔਰ ਬਿਹਤਰ ਨਸਲ ਤਿਆਰ ਕਰਨਾ ਚਾਹੁੰਦੇ ਹੋ ਔਰ ਜ਼ਿਆਦਾ ਮੁਨਾਫਾ ਲੈਣਾ ਚਾਹੁੰਦੇ ਹੋ ਤਾਂ ਫਾਰਮ ਵਾਲਾ ਤਰੀਕਾ ਜ਼ਿਆਦਾ ਮੁਨਾਸਬ ਹੈ। ਮੇਰੇ ਜ਼ਾਤੀ ਤਜਰਬੇ ਦੇ ਹਿਸਾਬ ਦੇ ਨਾਲ ਸਭ ਤੋਂ ਵਧੀਆ ਤਰੀਕਾ ਹੈ ਕਿ ਦੋਨਾਂ ਨੂੰ ਮਿਲਾ ਕੇ ਕੰਮ ਕੀਤਾ ਜਾਵੇ। ਜਿੱਥੇ ਮੁਮਕਿਨ ਹੋਵੇ ਸੁਬਾਹ ਜਾਂ ਸ਼ਾਮ ਥੋੜ੍ਹੀ ਦੇਰ ਬੱਕਰੀਆਂ ਨੂੰ ਚਰਾਓ, ਬਾਕੀ ਵਕਤ ਫਾਰਮ ਦੇ ਉੱਤੇ ਰੱਖ ਕੇ ਮਤਵਾਜ਼ਨ ਖੁਰਾਕ ਦਿਓ। ਇਸ ਤਰ੍ਹਾਂ ਜਾਨਵਰਾਂ ਦੀ ਸਿਹਤ ਵੀ ਚੰਗੀ ਰਹਿੰਦੀ ਹੈ ਅਤੇ ਚਾਰੇ ਦਾ ਖਰਚਾ ਵੀ ਘੱਟ ਜਾਂਦਾ ਹੈ। ਇੱਕ ਹੋਰ ਜ਼ਰੂਰੀ ਗੱਲ ਖੁਰਾਕ ਬਾਰੇ, ਸਿਰਫ ਸਬਜ਼ ਚਾਰਾ ਕਾਫੀ ਨਹੀਂ ਹੁੰਦਾ। ਬੱਕਰੀ ਨੂੰ ਪ੍ਰੋਟੀਨ, ਤਵਾਨਾਈ, ਫਾਈਬਰ, ਵਿਟਾਮਿਨਸ ਅਤੇ ਮਿਨਰਲ ਦੀ ਲੋੜ ਹੁੰਦੀ ਹੈ। ਸਾਫ਼ ਪਾਣੀ ਹਰ ਵਕਤ ਮੌਜੂਦ ਹੋਣਾ ਚਾਹੀਦਾ ਹੈ ਕਿਉਂਕਿ ਪਾਣੀ ਦੀ ਕਮੀ ਦੇ ਨਾਲ ਦੁੱਧ ਵੀ ਘੱਟ ਹੋ ਜਾਂਦਾ ਹੈ ਅਤੇ ਜਾਨਵਰ ਦੀ ਸਿਹਤ ਵੀ ਮੁਤਾਸਰ ਹੁੰਦੀ ਹੈ। ਹਾਮਲਾ ਬੱਕਰੀਆਂ ਦਾ ਖਾਸ ਖਿਆਲ ਰੱਖਣਾ ਚਾਹੀਦਾ। ਇਹਨਾਂ ਨੂੰ ਆਖਰੀ ਮਹੀਨਿਆਂ ਦੇ ਵਿੱਚ ਬਿਹਤਰ ਖੁਰਾਕ ਦੇਣੀ ਚਾਹੀਦੀ ਹੈ। ਬੱਚਾ ਪੈਦਾ ਹੋਣ ਤੋਂ ਬਾਅਦ ਕੋਸ਼ਿਸ਼ ਕਰੋ ਕਿ ਸਭ ਤੋਂ ਪਹਿਲਾਂ ਮਾਂ ਦਾ ਜਿਹੜਾ ਪਹਿਲਾ ਦੁੱਧ ਆ ਉਹ ਜ਼ਰੂਰ ਪਿਆਓ ਕਿਉਂਕਿ ਇਹ ਉਹਦੇ ਲਈ ਸਭ ਤੋਂ ਵੱਡੀ ਤਾਕਤ ਹੁੰਦੀ ਹੈ। ਸਫਾਈ ਗੋਟ ਫਾਰਮਿੰਗ ਦੀ ਕਾਮਯਾਬੀ ਦੀ ਬੁਨਿਆਦ ਹੈ। ਰੋਜ਼ਾਨਾ ਗੋਬਰ ਸਾਫ਼ ਕਰੋ, ਪਾਣੀ ਸਾਫ਼ ਰੱਖੋ। ਸ਼ੈੱਡ ਦੇ ਵਿੱਚ ਹਵਾ ਦੀ ਆਮਦੋਰਫਤ ਲਾਜ਼ਮੀ ਹੋਣੀ ਚਾਹੀਦੀ ਹੈ। ਗਰਮੀਆਂ ਦੇ ਵਿੱਚ ਗਰਮੀ ਤੋਂ ਬਚਾਓ ਅਤੇ ਸਰਦੀਆਂ ਦੇ ਵਿੱਚ ਠੰਡ ਤੋਂ ਬਚਾਓ। ਬਿਮਾਰੀ ਆਉਣ ਤੋਂ ਪਹਿਲਾਂ ਬਚਾਓ ਬਿਹਤਰ ਹੈ। ਵੈਕਸੀਨ ਵਕਤ ਸਿਰ ਲਗਵਾਓ ਔਰ ਬੱਕਰੀਆਂ ਨੂੰ ਪੇਟ ਦੇ ਕੀੜਿਆਂ ਦੀ ਦਵਾਈ ਲਾਜ਼ਮੀ ਪਿਲਾਓ। ਅਗਰ ਤੁਸੀਂ ਕਾਰੋਬਾਰ ਕਰਨਾ ਚਾਹੁੰਦੇ ਹੋ ਅਤੇ ਹਰ ਜਾਨਵਰ ਦਾ ਰਿਕਾਰਡ ਜ਼ਰੂਰ ਰੱਖੋ। ਪੈਦਾਇਸ਼ ਦੀ ਤਾਰੀਖ, ਨਸਲ, ਵਜ਼ਨ, ਇਲਾਜ, ਵੈਕਸੀਨ ਅਤੇ ਬੱਚੇ ਪੈਦਾ ਕਰਨ ਦਾ ਰਿਕਾਰਡ ਲਿਖਦੇ ਰਹੋ। ਇਹ ਚੀਜ਼ ਅੱਗੇ ਜਾ ਕੇ ਤੁਹਾਡੇ ਬਹੁਤ ਕੰਮ ਆਵੇਗੀ। ਆਖਰ ਦੇ ਵਿੱਚ ਸਿਰਫ ਇੰਨਾ ਕਹਿਣਾ ਚਾਹਾਂਗਾ ਕਿ ਗੋਟ ਫਾਰਮਿੰਗ ਮਿਹਨਤ, ਸਬਰ, ਸਹੀ ਮਾਲੂਮਾਤ ਅਤੇ ਅੱਛੇ ਇੰਤਜ਼ਾਮ ਦੇ ਨਾਲ ਕਾਮਯਾਬ ਹੁੰਦੀ ਹੈ। ਜੇ ਤੁਸੀਂ ਜਾਨਵਰਾਂ ਦੀ ਖਿਦਮਤ ਕਰੋਗੇ, ਉਹਨਾਂ ਨੂੰ ਚੰਗੀ ਖੁਰਾਕ ਦਿਓਗੇ, ਵਕਤ ਸਿਰ ਇਲਾਜ ਕਰਾਓਗੇ, ਇਨਸ਼ਾ ਅੱਲਾਹ ਪਾਕ ਤੁਹਾਡੇ ਰਿਜ਼ਕ ਦੇ ਵਿੱਚ ਜ਼ਰੂਰ ਬਰਕਤ ਪਾਏਗਾ। ਦੋਸਤੋ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਤੁਸੀਂ ਬੱਕਰੀਆਂ ਫਾਰਮ ਦੇ ਵਿੱਚ ਪਾਲਦੇ ਹੋ ਜਾਂ ਚਰਾਉਂਦੇ ਹੋ। ਜੇ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਜ਼ਰੂਰ ਕਰੋ, ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰੋ ਅਤੇ ਅਲਬਰਕਤ ਗੋਟ ਫਾਰਮ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ।
ਅੱਲਾਹ ਪਾਕ ਤੁਹਾਡੇ ਜਾਨਵਰਾਂ ਦੇ ਵਿੱਚ ਬਰਕਤ ਪਾਵੇ, ਹਰ ਬਿਮਾਰੀ ਤੋਂ ਮਹਿਫੂਜ਼ ਰੱਖੇ ਤੇ ਤੁਹਾਡੇ ਰਿਜ਼ਕ ਦੇ ਵਿੱਚ ਬੇਹਿਸਾਬ ਇਜ਼ਾਫਾ ਫਰਮਾਏ। ਅੱਲਾਹ ਹਾਫਿਜ਼।